ਨਾਮ ਆ ਬਾਈ ਜੀ? ਮੇਰਾ ਨਾਮ ਜੀ ਜਗਰੂਪ ਸਿੰਘ, ਪਿੰਡ ਕਿਹੜਾ ਜੀ? ਪਿੰਡ ਮਦੀਰ ਹੈ ਜੀ। ਕੀ ਗੱਲ ਕੀ ਹੋਈ ਹੈ? ਬਾਈ ਜੀ ਮੈਂ ਇੱਕ ਸਾਡੇ ਪਿੰਡ ਦੇ ਵਿੱਚ ਛੱਪੜ ਦੀ ਚਾਰ ਦੀਵਾਰੀ ਦੀ 29 ਦਿਨ 12 ਨੂੰ ਇੱਕ ਉੱਥੇ JCB ਭੰਨੀ ਗਈ ਸੀ। ਉਹ ਮੈਂ ਉਹਦੇ ਵਿੱਚ ਮੌਕੇ ਦਾ ਅਗਵਾਹ ਸੀ। ਮੈਂ ਆਜ਼ਾਦੀ ਘੁਲਾਟ ਕੇ ਸੁਤੰਤਰਤਾ ਸੈਨਾਨੀ ਸਰਦਾਰ ਗਿਆਨੀ ਲਾਭ ਸਿੰਘ ਅਤੇ ਉਹਨਾਂ ਦੇ ਭਾਈ ਸੁਤੰਤਰਤਾ ਸੈਨਾਨੀ ਸਰਦਾਰ ਨਰਾਇਣ ਸਿੰਘ, ਉਹਨਾਂ ਦਾ ਮੈਂ ਪੋਤਰਾ ਹਾਂ। ਤਾਂ ਉਸ ਦੇ ਹੁੰਦਿਆਂ ਮੈਂ ਜੋ ਸੱਚੀ ਗਵਾਹੀ ਦਿੱਤੀ ਸੀ ਅਤੇ ਉਸ ਦੇ ਵਿੱਚ 6 ਬੰਦਿਆਂ ਨੂੰ ਸਜ਼ਾ ਹੋਈ। ਤਾਂ ਉਹਨਾਂ ਨੇ ਮੇਰੇ ਉਸ ਤੋਂ ਬਾਅਦ ਇਹ ਸੋਚ ਲਿਆ ਕਿ ਇਹਨੂੰ ਮਾਰਨਾ ਹੈ। ਇਲੈਕਸ਼ਨ ਤੋਂ ਬਾਅਦ 19/3/12 ਨੂੰ ਮੈਨੂੰ ਖੇਤ ਵੀ ਮੇਰੇ 'ਤੇ ਇੱਕ ਬਹੁਤ ਵੱਡਾ ਹਮਲਾ ਹੋਇਆ ਸੀ। ਤਾਂ ਉਦੋਂ ਮੈਂ 100 ਨੰਬਰ 'ਤੇ ਕਾਲ ਕੀਤੀ ਤਾਂ ਉਹਨਾਂ ਨੂੰ ਦੱਸਿਆ ਕਿ ਮੈਂ ਇਸ ਤਰ੍ਹਾਂ ਅਗਵਾਹ ਸੀ ਅਤੇ ਮੈਨੂੰ ਖੇਤ ਮਾਰਨ ਪਹੁੰਚ ਗਏ ਆ। ਮੈਂ ਉੱਥੋਂ ਭੱਜ ਕੇ ਆਪਦੇ ਖੇਤ ਦੇ ਵਿੱਚ ਟਰੈਕਟਰ ਛੱਡ ਕੇ ਪਿਛਾਂਹ ਹਟ ਕੇ ਜਾਨ ਬਚਾਈ ਸੀ। ਉਸ ਤੋਂ ਬਾਅਦ ਮੈਂ SHO ਸਾਹਿਬ, DSP ਸਾਹਿਬ, ਇਹਨਾਂ ਨੂੰ ਮੈਂ ਸਾਰਿਆਂ ਨੂੰ ਐਪਲੀਕੇਸ਼ਨਾਂ ਦਿੱਤੀਆਂ ਕਿ ਮੇਰੇ ਪਰਿਵਾਰ ਦੀ ਜਿਹੜੀ ਜਾਨ ਖਤਰੇ ਵਿੱਚ ਹੈ। ਫਿਰ ਮੈਂ 23/3/12 ਨੂੰ SP ਸਾਹਿਬ ਦੇ ਦਫ਼ਤਰ ਗਿਆ ਐਪਲੀਕੇਸ਼ਨ ਲੈ ਕੇ। ਉੱਥੇ SSP ਸਾਹਿਬ ਤਾਂ ਚਲੇ ਗਏ, ਉਹਨਾਂ ਥਾਂ 'ਤੇ ਬਲਜੀਤ ਸਿੰਘ ਸਿੱਧੂ SPD ਮੌਜੂਦ ਸੀ। ਉਹਨਾਂ ਨੂੰ ਮੈਂ ਸਣੇ ਉਸ ਕੇਸ ਦੀਆਂ ਜਿਹੜੀਆਂ ਉਹਨਾਂ ਨੂੰ ਸਜ਼ਾ ਵਾਲੀਆਂ ਕਾਪੀਆਂ, FIR ਦੀ ਕਾਪੀ, ਸਾਰਾ ਕੁਝ ਦੱਸਿਆ। ਉਹਨਾਂ ਨੇ ਥਾਣਾ ਕੋਟ ਭਾਈ ਨੂੰ ਲਿਖਤਾ। ਥਾਣਾ ਕੋਟ ਭਾਈ ਦੀ ਜਿਹੜੀ ਪੁਲਿਸ ਆ ਉਹ ਰਾਜੇ ਪਿੰਡੀਆਂ ਦੇ ਤਹਿਤ ਇਹ ਜਿੰਨੇ ਗੁੰਡੇ ਉਹਦੇ ਨਾਲ ਰਲੇ ਹੋਏ ਆ, ਉਹਦੀ ਸਹਿਤ ਸਾਰਾ ਕੁਝ ਸਾਡੇ ਤੇ ਤਸ਼ੱਦਦ ਹੋਈ ਜਾਂਦਾ ਹੈ। ਹੁਣ ਤੁਸੀਂ ਲਾਸਟ ਵਾਰੀ ਜਦੋਂ SPD ਸਾਹਿਬ ਨੂੰ ਮਿਲੇ ਹੋ ਕਿੰਨੀ ਤਰੀਕ ਨੂੰ ਮਿਲੇ ਹੋ? ਮੈਂ ਉਹਨਾਂ ਨੂੰ 23 ਨੂੰ ਮਿਲਿਆ ਸੀ। ਨਹੀਂ, ਉਸ ਤੋਂ ਬਾਅਦ ਮੈਂ ਤੁਹਾਨੂੰ ਦੱਸਦਾ, ਫਿਰ ਮੈਂ 29/3/12 ਨੂੰ ਦੁਬਾਰੇ ਐਪਲੀਕੇਸ਼ਨ ਲੈ ਕੇ SSP ਸਾਹਿਬ ਬਲਜੋਤ ਸਿੰਘ ਰਠੌੜ ਨੂੰ ਮਿਲਿਆ। ਉਹਨਾਂ ਨੂੰ ਸਪੀਡ ਪੋਸਟ ਵੀ ਕੀਤੀਆਂ ਮੈਂ। ਉਹਨਾਂ ਨੇ ਵੀ ਥਾਣਾ, ਉਦੋਂ ਬਲਜੀਤ ਸਿੰਘ ਸਿੱਧੂ ਤੇ ਦੋਨੇ ਬੈਠੇ ਸੀ। ਇਹਨਾਂ ਨੇ ਥਾਣਾ ਕੋਟ ਭਾਈ ਨੂੰ ਸਿੱਧੀ ਡਾਇਰੈਕਟਰ ਇਹਨਾਂ ਨੇ ਕਹਿ ਦਿੱਤੀ, ਮੈਂ ਮੇਰੀ ਕਿਸੇ ਵੇਲੇ ਵੀ ਮੇਰਾ ਮਰਡਰ ਹੋ ਸਕਦਾ। ਇਹ ਕੋਟ ਭਾਈ ਵਾਲਿਆਂ ਨੇ ਕੀਤਾ ਹੀ ਕੁਛ ਨਹੀਂ। ਉਸ ਤੋਂ ਬਾਅਦ ਮੈਂ IG DIG ਨੂੰ ਇਹ 23/3/12 ਨੂੰ ਮੈਂ ਸਾਰਿਆਂ ਨੂੰ ਪੋਸਟ ਕੀਤੀਆਂ ਸੀ। ਸਾਰੀਆਂ ਐਪਲੀਕੇਸ਼ਨਾਂ ਕੋਟ ਭਾਈ ਵਾਲਿਆਂ ਨੇ ਨੱਪ ਲਈਆਂ। ਆਖਰ ਨੂੰ ਜਿਹੜਾ ਇਹ ਮੇਰਾ 24 ਤਰੀਕ ਨੂੰ ਮੈਂ ਆਪਣੀ ਸਾਰੀ ਜ਼ਮੀਨ ਠੇਕੇ 'ਤੇ ਦੇ ਚੁੱਕਾ। ਸਾਰਾ ਬਿਜ਼ਨਸ ਮੇਰਾ ਠੱਪ ਹੋ ਚੁੱਕਾ। ਮੈਂ ਹਾਈ ਕੋਰਟ ਦੇ ਵਿੱਚ ਵੀ ਮੈਂ ਅਪੀਲ ਪਾਈ ਹੋਈ ਹੈ। ਤਾਂ ਮੈਨੂੰ ਆ 24 ਤਰੀਕ ਨੂੰ ਬਿਨਾਂ ਕਿਸੇ ਜੁਰਮ ਤੋਂ ਮੇਰੇ ਥਾਂ ਦੇ ਵਿੱਚ ਰੂੜੀ ਲੱਗੀ ਹੋਈ ਹੈ, ਜੋ ਕਿ ਮੈਂ ਮੁੱਲ ਲਿਆ ਹੋਇਆ। ਉਹਦਾ ਮੇਰੇ ਕੋਲ ਸਟਾਮ ਦੇ ਉੱਤੇ ਆਬਾਦੀ ਵਾਲੀ ਜਗ੍ਹਾ ਦੀ ਰਜਿਸਟਰੀ ਨਹੀਂ ਹੁੰਦੀ, ਉਹਦਾ ਮੇਰੇ ਕੋਲ ਸਟਾਮ ਹੈ। ਉਸ ਦੇ ਦੋਸ਼ ਦੇ ਵਿੱਚ ਜਿਹੜਾ ਅਮਰ ਸਿੰਘ ਹੈ ਜਿਹਨੂੰ ਕੈਦ ਹੋਈ ਹੈ, ਉਹਦੇ ਘਰ ਦਾ ਸਾਹਮਣਾ ਪੈਂਦਾ। ਉਸ ਤੋਂ ਦਰਖਾਸਤ ਦਵਾ ਕੇ ਮੈਨੂੰ ਨਜਾਇਜ਼ ਤਰੀਕੇ ਨਾਲ ਚੱਕ ਲਿਆ। ਤਾਂ ਮੇਰੇ 'ਤੇ ਅੰਨਾ ਧੁੰਦ ਤਸ਼ੱਦਦ ਕੀਤੀ ਹੈ। ਮੈਨੂੰ ਧੀਆਂ ਭੈਣਾਂ ਦੀਆਂ ਗਾਲਾਂ ਕੱਢੀਆਂ। ਮੈਨੂੰ ਘੱਟੋ ਘੱਟ 6 ਬੰਦਿਆਂ ਨੇ ਪੁਲਿਸ ਵਾਲਿਆਂ ਨੇ, ਕ੍ਰਿਸ਼ਨ ਕੁਮਾਰ ਜਿਹੜਾ SHO, ਉਹਨੇ ਮੈਨੂੰ ਬਾਹਾਂ ਤੋਂ ਫੜ ਲਿਆ। 2 ਜਣਿਆਂ ਨੇ ਮੇਰੇ ਮੂੰਹ ਕੁੱਟਿਆ ਚਪੇੜਿਆਂ ਦਾ, ਘੱਟੋ ਘੱਟ 50-60 ਚਪੇੜੇ ਮਾਰੇ ਜਾਂਦੇ, ਮੇਰੇ ਮੂੰਹ ਸਾਰਾ ਹਿਲਾਤਾ। ਫਿਰ ਮੇਰੀ ਪੱਗ ਢਾਹ ਕੇ ਇਹਨਾਂ ਨੇ ਪਰੇ ਵੈਲਸ ਰੂਮ ਨੂੰ ਸੁੱਟ ਦਿੱਤੀ। ਤਾਂ 2 ਜਣਿਆਂ ਨੇ ਮੇਰੀਆਂ ਬਾਹਾਂ ਫੜ ਲਈਆਂ। 2 ਜਣੇ ਮੇਰੇ ਗਿੱਚੀ ਦੇ ਵਿੱਚ ਉਹਨਾਂ ਚਿਰ ਲੱਪੜ ਮਾਰਦੇ ਨੇ ਜਿੰਨਾ ਚਿਰ ਮੈਂ ਬੇਹੋਸ਼ ਨਹੀਂ ਹੋ ਗਿਆ। ਕਿਹੜੇ ਥਾਣੇ ਕਿਹੜੇ 'ਚ ਹੋਇਆ ਇਹ ਥਾਣਾ ਕੋਟ ਭਾਈ ਦੇ ਵਿੱਚ ਜੀ। ਕਿਹਨੇ ਕੀਤਾ? ਕਿੰਨੇ? ਇਹ SHO ਕ੍ਰਿਸ਼ਨ ਕੁਮਾਰ ਹੈ ਜੀ। ਇਹ ਮੈਨੂੰ ਕਹਿੰਦਾ ਤੂੰ ਮੇਰੇ ਦੋਸਤ ਆ ਉਹ ਜਿਨ੍ਹਾਂ ਨੇ ਤੂੰ ਬਾਹਰ 'ਚ ਰੂੜੀ ਲਾਈ ਆ। ਤਾਂ ਮੈਨੂੰ ਧੀਆਂ ਭੈਣਾਂ ਦੀਆਂ ਗਾਲਾਂ ਕੱਢ ਕੇ ਕਹਿੰਦਾ ਮੈਂ ਗੰਦੀਆਂ ਗਾਲਾਂ ਕੱਢ ਕੇ ਤੇਰੇ ਮੈਂ ਉੱਥੇ ਡਾਂਗ ਦੇ ਦੂੰ। ਇਹ ਇਸ ਤਰ੍ਹਾਂ ਦੀਆਂ ਗੱਲਾਂ ਕਰਦਾ। ਪਿੰਡ ਦੀ ਕੋਈ ਪੰਚਾਇਤ ਤੁਹਾਡੇ ਹੱਕ 'ਚ ਗਈ ਜਾਂ ਕੁਛ? ਹਾਂ ਜੀ, ਗਏ ਸੀਗੇ ਜੀ। ਇਹ ਮੇਰੇ ਮਗਰ ਜਦੋਂ ਮੈਨੂੰ ਇਹਨਾਂ ਨੇ ਤੜਕੇ 8 ਵਜੇ ਅਰੈਸਟ ਕੀਤਾ, ਤਾਂ ਮੇਰੇ ਬੇਟੀ, ਮੇਰੇ ਘਰ ਵਾਲੀ, ਮੇਰੀ ਮਾਤਾ, ਮੇਰਾ ਭਾਈ ਇਹ ਰੌਲਾ ਪਾਉਣ ਲੱਗੇ ਵੀ ਤੁਸੀਂ ਕਿਸ ਚੀਜ਼ 'ਚ ਲੈ ਕੇ ਚੱਲੇ ਹੋ ਇਹਨਾਂ ਨੂੰ। ਸਾਨੂੰ ਇਹ ਕੋਈ ਨਹੀਂ ਦੱਸਿਆ ਗਿਆ ਵੀ ਇਹਦੇ ਉੱਤੇ ਕੀ ਦਰਖਾਸਤ ਹੈ, ਕੁਛ ਨਹੀਂ। ਉਹ ਕਹਿੰਦੇ SHO ਸਾਹਿਬ ਦਾ ਹੁਕਮ ਹੈ। ਉੱਥੇ ਇੱਕ ਮੰਦਰ ਸਿੰਘ, ਗੁਰਤੇਜ ਸਿੰਘ,
ਜਿਨ੍ਹਾਂ ਦੀ ਨੰਬਰ ਪਲੇਟਾਂ ਲੱਗੀਆਂ ਹੋਈਆਂ ਸੀ, ਤੇ ਦੂਸਰੇ ਜਿਹੜੇ 4 ਬੰਦੇ ਹੋਰ ਸੀ ਜਿਨ੍ਹਾਂ ਨੂੰ ਮੈਂ ਮੌਕਾ ਪੈਣ ਤੇ ਸਾਹਮਣੇ ਆਉਣ ਤੇ ਪਛਾਣ ਸਕਦਾ। ਕਿੰਨੀ ਤਰੀਕ ਨੂੰ ਫੈਸਲਾ ਆਇਆ, ਜਿਹੜੇ ਫੈਸਲੇ ਦੇ ਵਿੱਚ ਤੁਹਾਡੀ ਗਵਾਹੀ ਸੀਗੀ, ਇਹਨਾਂ ਦੇ ਵਿਰੁੱਧ ਫੈਸਲਾ ਆਇਆ ਜਿਹੜੀ ਧਿਰ ਦੇ ਵਿਰੁੱਧ, ਕਦੋਂ ਆਇਆ ਇਹ ਫੈਸਲਾ? 10ਵੇਂ ਮਹੀਨੇ ਦੇ ਵਿੱਚ ਹੋਇਆ। ਇਹ ਮੇਰੇ ਕੋਲੇ ਹੁਣ ਉਹਦੀ ਕਾਪੀ 'ਤੇ ਲਿਖਿਆ, ਮੇਰੇ ਇੰਨਾ ਯਾਦ ਨਹੀਂ ਰਿਹਾ। ਮੈਂ ਇਸ ਟਾਈਮ ਬਹੁਤ ਪਜਲ ਹੋਇਆ, ਮੇਰੇ ਸਿਰ ਦੇ ਵਿੱਚ ਬਹੁਤ ਜ਼ਿਆਦਾ ਵੀ ਜੋ ਬੋਲਦਾ ਮੇਰੇ ਸਿਰ 'ਚ ਬਹੁਤ ਪੇਨ ਹੁੰਦੀ ਆ। ਤਾਂ ਕੁੱਟਿਆ, ਤੁਹਾਨੂੰ ਕੀ ਲੱਗਦਾ ਕੁੱਟਣ ਦਾ ਕਾਰਨ ਕੀ ਹੈ? ਕੁੱਟਣ ਦਾ ਕਾਰਨ ਤੇ ਜੀ ਇਹ ਸਾਰੇ ਜਿਹੜੇ ਇਹਨਾਂ ਨੇ ਰਾਜੇ ਵੜਿੰਗ ਨੂੰ ਵੋਟਾਂ ਇਹਨਾਂ ਗੁੰਡਿਆਂ ਨੇ ਤਾਂ ਪਾਈਆਂ ਸੀ ਕਿ ਅਸੀਂ ਇਸ ਬੰਦੇ ਨੂੰ ਮਾਰਨਾ ਹੈ, ਇਹਨੂੰ ਪਿੰਡ 'ਚੋਂ ਕੱਢਣਾ ਹੈ। ਜਿਹੜੀ ਉਹ ਜਗ੍ਹਾ ਸੀਗੀ ਛੱਪੜ ਵਾਲੀ, ਉਹ ਕੀ ਸੀਗੀ, ਉਹ ਕਿਹਦੀ ਸੀਗੀ? ਉਹ ਪੰਚਾਇਤੀ ਜਗ੍ਹਾ ਸੀਗੀ, ਉਹਦੇ ਵਿੱਚ ਛੱਪੜ ਦੀ 4 ਦੀਵਾਰੀ ਮਨਜ਼ੂਰ ਹੋਈ ਸੀ। ਉਹਦਾ ਮੇਰੇ ਦਾਦਾ ਜੀ ਦੇ ਨਾਂ 'ਤੇ ਉਹ ਗ੍ਰਾਂਟ ਪਾਸ ਹੋਈ ਸੀ ਸੁਤੰਤਰ ਸੈਨਾਨੀ ਦੀ। ਤਾਂ ਉਹਦੇ ਵਿੱਚ ਅਸੀਂ ਮੌਕੇ 'ਤੇ ਜਾਂਦੇ ਆਉਂਦੇ ਸਾਂ, ਉਹਦੀ ਦੇਖ ਰੇਖ ਵੀ ਕਰਦੇ ਸਾਂ। ਕੀ ਮੰਗ ਕੀ ਕਰਦੇ ਸੀ ਸਰਕਾਰ ਤੋਂ? ਕਾਂਗਰਸ ਸਰਕਾਰ ਬੜੇ ਦਾਅਵੇ ਕਰ ਰਹੀ ਸੀ ਇਨਸਾਫ ਦੇ, ਮੰਗਿਆ ਕਰੇ ਕੀ ਮੰਗ? ਕੋਈ ਇਨਸਾਫ ਨਹੀਂ। ਜਦੋਂ ਸੁਤੰਤਰ ਸੈਨਾਨੀਆਂ ਦੇ ਪਰਿਵਾਰ ਦੇ ਉੱਤੋਂ ਹੁਣ ਮੈਨੂੰ ਖਤਰਾ ਕਿ ਮੇਰੇ ਭਾਈ ਨੂੰ ਜਾਂ ਮੇਰੇ ਹੋਰ ਕਿਸੇ ਪਰਿਵਾਰ ਦੇ ਜੀਅ ਦੇ ਉੱਤੇ ਅੰਨਾ ਤੋਂ ਹੱਦ ਹੋ ਸਕਦੀ ਹੈ। ਥਾਣੇ 'ਚ ਕਿੰਨਾ ਚਿਰ ਰੱਖਿਆ ਤੁਹਾਨੂੰ? ਮੈਨੂੰ ਜੀ ਇਹਨਾਂ ਨੇ ਘੱਟੋ ਘੱਟ 32 ਘੰਟਿਆਂ ਦੇ ਲਗਭਗ ਰੱਖਿਆ ਗਿਆ। ਕਿੰਨਾ ਚਿਰ ਟੌਰਚਰ ਕਰਦੇ? ਮੈਨੂੰ ਇਹਨਾਂ ਨੇ ਇੱਕ ਵਾਰੀ ਪਹਿਲ ਤਾਂ ਜਾਣ ਸਾਰੀ ਇਹਨੇ ਕੁੱਟਿਆ। ਉਸ ਤੋਂ ਬਾਅਦ ਜਦੋਂ ਪਿੰਡ ਦੀ ਪੰਚਾਇਤ ਆ ਗਈ, ਮੇਰੇ ਮਗਰ ਮੋਹਤਵਾਰ ਬੰਦੇ ਗਏ, ਇਹਨਾਂ ਨੂੰ ਕਹਿੰਦਾ ਵੀ ਬਹੁਤ ਉਡੀਕ ਕਰਨ ਤੋਂ ਬਾਅਦ ਫਿਰ ਮੈਨੂੰ ਬੁਲਾ ਲਿਆ। ਉਹਦੇ ਵਿੱਚ ਸਰਦਾਰ ਗੁਰਦੀਪ ਸਿੰਘ ਸਨ ਆਫ ਚੰਦ ਸਿੰਘ ਤੇ ਬਲਦੇਵ ਸਿੰਘ ਸਾਬਕਾ ਸਰਪੰਚ, ਉਹਨਾਂ ਦੇ ਪਿਤਾ ਦਾ ਨਾਂ ਹਰਬੰਸ ਸਿੰਘ ਤੇ ਪਿਆਰਾ ਸਿੰਘ। ਤੁਸੀਂ ਹੁਣ ਤੁਸੀਂ ਮੰਗ ਕੀ ਕਰਦੇ ਹੈਗੇ ਹੋ ਅੱਗੋਂ? ਤੁਹਾਡੀ ਪੁਲਿਸ ਤੋਂ ਕੀ ਮੰਗ ਹੈ ਕਿ ਇਹਦੇ ਕੀ ਤੁਸੀਂ ਚਾਹੁੰਦੇ ਹੋ? ਇਸ ਦੀ ਪੂਰੀ ਛਾਣਬੀਣ ਕਰਕੇ ਜਿਹੜੇ ਦੋਸ਼ੀ ਉਹਨਾਂ ਨੂੰ ਸਜ਼ਾ ਦਿੱਤੀ ਜਾਵੇ, ਤਾਂ ਜਿਹੜੀ ਸਾਡੇ ਜਿੰਨੀ ਜਾਨ ਮਾਲ ਦੀ ਹੈ ਜਾਂ ਮੇਰੇ ਪਰਿਵਾਰ ਦੀ ਰੱਖਿਆ ਕੀਤੀ ਜਾਵੇ, ਜਾਂ ਸਾਨੂੰ ਕਿਸੇ ਹੋਰ ਸਟੇਟ ਦੇ ਵਿੱਚ ਸ਼ਿਫਟ ਕਰ ਦਿੱਤਾ ਜਾਵੇ। ਕੀ ਬਾਈ ਜੀ, ਕੀ ਨਾਮ ਹੈ, ਕਿਹੜਾ ਪਿੰਡ ਔਰ ਘਟਨਾ ਕੀ ਹੋਈ ਹੈ? ਬਾਈ ਜੀ ਰਣਬੀਰ ਸਿੰਘ ਮੇਰਾ ਨਾਮ ਹੈ, ਮਦੀਰ ਮੇਰਾ ਪਿੰਡ ਹੈ। ਸਾਡੇ 2 ਮੇਰੇ ਦਾਦਾ ਜੀ ਸੀਗੇ, ਇੱਕ ਨੰਬਰ ਭਰਾ ਸੀਗੇ, ਸੁਤੰਤਰ ਸੈਨਾਨੀ ਸੀਗੇ ਜੀ। ਅੱਜ ਸਾਨੂੰ ਉਸ ਗੱਲ ਦੀ ਬੜੀ ਸ਼ਰਮ ਮਹਿਸੂਸ ਹੋ ਰਹੀ ਹੈ ਕਿ ਉਹਨਾਂ ਨੇ ਉਦੋਂ ਵੀ ਕੁੱਟਾਂ ਖਾਧੀਆਂ ਤੇ ਦੇਸ਼ ਨੂੰ ਆਜ਼ਾਦ ਕਰਾਇਆ, ਤੇ ਅੱਜ ਵੀ ਸਾਨੂੰ ਪਹਿਲਾਂ ਸ਼ਾਨੋ ਔਰ ਸ਼ੌਕਤ ਨਾਲ ਰੱਖਣਾ ਚਾਹੀਦਾ ਸੀਗਾ, ਤੇ ਅੱਜ ਵੀ ਸਰਕਾਰ ਸਾਡੇ ਤੇ ਪੂਰਾ ਦਬਾਅ ਪਾ ਕੇ ਸਾਨੂੰ ਕੁੱਟ ਰਹੀ ਹੈ। ਕੁੱਟ ਕਿਉਂ ਰਹੀ ਹੈ ਕਿ ਉਹਨਾਂ ਤੇ ਵੀ ਕੁੱਟਾਂ ਇਸੇ ਕਰਕੇ ਪੈਂਦੀਆਂ ਰਹੀਆਂ ਕਿਉਂਕਿ ਉਹ ਅੰਗਰੇਜ਼ ਸਰਕਾਰ ਦੇ ਖਿਲਾਫ ਸਨ, ਤੇ ਅਸੀਂ ਵੀ ਅੱਜ ਹਮੇਸ਼ਾ ਸੱਚ ਦੇ ਨਾਲ ਖੜਦੇ ਹਾਂ। ਤੇ ਅਸੀਂ ਇੱਕ ਸੱਚੀ ਅਗਵਾਈ ਹੋਈ ਸੀ ਪਿੰਡ ਵਿੱਚ, ਕੋਈ ਛੱਪੜ ਦੀ ਗ੍ਰਾਂਟ ਆਈ ਸੀਗੀ, ਤੇ ਉਹਦੇ 'ਚ ਸੱਚ ਦੀ ਅਗਵਾਈ ਸੀਗੀ। ਜੋ ਕੁਝ ਹੋਇਆ ਸੀ ਉਹ ਬਿਆਨ ਕੀਤਾ, ਤੇ ਉਹਦੇ ਵਿੱਚ ਦੋਸ਼ੀਆਂ ਨੂੰ 6 ਬੰਦੇ ਆ ਉਹਨਾਂ ਨੂੰ ਕੈਦ ਹੋ ਗਈ, ਤੇ ਉਸ ਕੈਦ ਦੀ ਰੰਜਿਸ਼ ਨਾਲ ਸਾਨੂੰ ਇਹ ਮਾਰਨ ਦੀਆਂ ਧਮਕੀਆਂ ਵੀ ਦਿੰਦੇ ਆ। ਤੇ ਉਸ ਤੋਂ ਬਾਅਦ ਜਦੋਂ ਉਹ ਕੈਦ ਹੋ ਗਏ ਤਾਂ ਇਹ ਕ੍ਰਿਸ਼ਨ ਕੁਮਾਰ ਜਿਹੜਾ SHO, ਇਹ ਉਹਨਾਂ ਦਾ ਬਹੁਤ ਹੀ ਨਜ਼ਦੀਕੀ ਮਿੱਤਰ ਪਿਆਰਾ ਹੈ। ਤੇ ਕੌਣ 6 ਬੰਦੇ ਨੇ? ਇਹ ਹੈਗਾ ਜੀ, ਇੱਕ ਤਾਂ ਗੁਰਤਾਰ ਸਿੰਘ ਹੈ ਜੀ, ਤੇ ਗੁਰਤਾਰ ਸਿੰਘ, ਅਮਰ ਸਿੰਘ, ਗੁਰਜੰਟ ਸਿੰਘ ਜੀ, ਤੇ ਰਾਜਪਾਲ ਸਿੰਘ ਜੀ, ਤੇ ਗੁਰਜੀਤ ਸਿੰਘ, ਕਿਸ ਗੱਲ ਤੋਂ ਗੁਰਜੀਤ ਸਿੰਘ ਤੇ ਸੁਖਦੀਪ ਸਿੰਘ ਜੀ। ਕਿਸ ਗੱਲ ਨੂੰ ਲੈ ਕੇ ਤੁਹਾਨੂੰ ਧਮਕੀਆਂ ਮਾਰਨ ਦੀਆਂ ਧਮਕੀਆਂ ਦਿੱਤੀਆਂ? ਇਹ ਕਹਿੰਦੇ ਜੀ ਤੁਸੀਂ ਸਾਡੇ ਤੇ ਅਗਵਾਈ ਦਿੱਤੀ ਹੈ ਤੇ ਅਸੀਂ ਤੁਹਾਨੂੰ ਛੱਡਣਾ ਨਹੀਂ। ਸਾਨੂੰ ਪਹਿਲਾਂ ਤੇ ਉਸ ਦਿਨ ਤੋਂ ਹੀ ਕਹਿਣ ਲੱਗੇ ਸੀਗੇ, ਕਹਿੰਦੇ ਵੀ ਤੁਸੀਂ ਅਗਵਾਈ ਤਾਂ ਦੇਤੀ ਹੈ ਪਰ ਤੁਸੀਂ ਇਹ ਗੱਲ ਦਾ ਤੁਹਾਨੂੰ ਇੱਕ ਦਿਨ ਪਛਤਾਉਣਾ ਪਊਗਾ। ਹੁਣ ਕੀ ਹੋਇਆ ਹੈਗਾ, ਕਿਹਨੂੰ ਕੁੱਟਿਆ ਹੈਗਾ ਔਰ ਕਿਹਨੇ ਕੁੱਟਿਆ ਹੈਗਾ? ਮੇਰੇ ਭਾਈ ਨੂੰ ਜੀ ਪੁਲਿਸ ਆਈ ਤੜਕੇ, ਸਵੇਰ 8 ਦਾ ਟਾਈਮ ਸੀਗਾ, ਥਾਣੇ ਦੀ ਪੁਲਿਸ? ਕੋਟ ਪਾਈਪ ਥਾਣੇ ਦੀ ਪੁਲਿਸ ਸੀਗੀ ਜੀ, ਤੇ ਉਹਨਾਂ ਨੇ ਇੱਕੋ ਹੀ ਗੱਲ ਕੀਤੀ ਵੀ ਜਗਰੂਪ ਸਿੰਘ ਨੂੰ ਲੈ ਕੇ ਜਾਣਾ। ਅਸੀਂ ਪੁੱਛਿਆ ਵੀ ਇਹਨਾਂ ਦੇ ਖਿਲਾਫ ਕੀ ਹੈ, ਕਹਿੰਦੇ ਸਾਨੂੰ ਕੁਝ ਨਹੀਂ ਪਤਾ, SHO ਸਾਹਿਬ ਨੇ ਬੁਲਾਇਆ, ਬਸ ਉਹਦਾ ਹੁਕਮ ਹੈ। ਅਸੀਂ ਕਿਹਾ ਸਾਨੂੰ ਕੁਛ ਤਾਂ ਦਿਖਾਓ, ਅਸੀਂ ਕਿਹਾ ਬੰਦਾ ਅਸੀਂ ਪੇਸ਼ ਕਰ ਦਿਆਂਗੇ, ਲੈ ਕੇ ਆ ਜਾਵਾਂਗੇ, ਪਰ ਉਹਨਾਂ ਨੇ ਸਾਡੀ ਗੱਲ ਨਹੀਂ ਸੁਣੀ ਗੀ। ਕਹਿੰਦੇ ਨਹੀਂ ਜੀ ਅਸੀਂ ਮਜਬੂਰ ਹਾਂ, ਸਾਨੂੰ SHO ਗਾਲਾਂ ਕੱਢ ਰਿਹਾ। ਉਹਨਾਂ ਨੇ ਸਾਨੂੰ ਇਹ ਵੀ ਕਿਹਾ ਅਸੀਂ ਛੱਡ ਕੇ ਨਹੀਂ ਜਾ ਸਕਦੇ। ਪੰਚਾਇਤ ਮੈਂਬਰ ਵੀ ਸੀਗੇ ਮੌਕੇ 'ਤੇ, ਮੰਦਰ ਸਿੰਘ, ਉਹ ਕਹਿੰਦਾ ਜੀ ਮੈਂ ਲੈ ਕੇ ਆਇਆ ਨਾ, ਮੈਂ ਕੋਈ ਚੱਕਰ ਨਹੀਂ ਗਿਆ, ਅਸੀਂ ਸਾਡੇ ਕੁਝ ਹੋਰ ਥੋੜ੍ਹਾ ਜੀ, ਅਸੀਂ ਵੀ ਉਹ ਨਾ ਜਾਵਾਂਗੇ, ਪਰ ਨਹੀਂ ਜੀ ਸਾਡੀ ਉਹਨੇ ਗੱਲ ਨਹੀਂ ਸੁਣੀ। ਕਹਿੰਦੇ ਜੀ ਅਸੀਂ ਲੈ ਕੇ ਜਾਣਾ।
ਕੀ ਹੋਇਆ ਥਾਣੇ 'ਚ ਗਾਂ? ਥਾਣੇ 'ਚ ਲੈ ਗਏ ਜੀ ਉਹਨੂੰ। ਜਦੋਂ ਲੈ ਗਏ ਉਹਨੂੰ ਟੌਰਚਰ ਕਰਦੇ ਰਹੇ, ਉਸ ਤੋਂ ਬਾਅਦ ਸਾਨੂੰ ਉਹਨੂੰ ਮਿਲ ਨਹੀਂ ਦਿੱਤਾ ਜੀ। ਹੁਣ ਤੁਹਾਡੀ ਮੰਗ ਕੀ ਹੈਗੀ ਹੈ ਸਰਕਾਰ? ਸਾਡੀ ਮੰਗ ਤੇ ਇਹੀ ਹੈ ਜੀ, ਤੇ ਸੁਤੰਤਰਤਾ ਸੈਨਾਨੀਆਂ ਨੇ ਪਹਿਲਾਂ ਵੀ ਕੁੱਟ ਪੈਂਦੀ ਸੀ, ਸਾਡੇ ਦਾਦਾ ਨੇ ਵੀ ਕੁੱਟ ਖਾਧੀ ਸੀ, ਅਸੀਂ ਵੀ ਕੁੱਟ ਖਾ ਰਹੇ ਆ। ਹੁਣ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਹੋ ਤੁਸੀਂ? ਕੀ ਹੋਣਾ ਕੀ ਚਾਹੀਦਾ ਹੈਗਾ ਤੁਹਾਡੇ ਨਾਲ? ਪ੍ਰਸ਼ਾਸਨ ਦੇ ਸਾਹਮਣੇ ਤੱਕ ਸਾਨੂੰ ਕੋਈ ਭਰੋਸਾ ਹੀ ਨਹੀਂ ਰਿਹਾ ਜੀ। ਹਾਲਾਤ ਕੀ ਬਣੇ ਵੇ? ਤੁਹਾਡਾ ਭਰਾ ਕਹਿੰਦੇ ਪਿੰਡ ਛੱਡਣ ਨੂੰ ਪੜੇਗਾ। ਸਾਡੀ ਜ਼ਮੀਨ ਅਸੀਂ ਠੇਕੇ ਦੇ ਚੁੱਕੇ ਹਾਂ ਜੀ ਸਾਰੀ। ਸਾਡਾ ਸਾਰਾ ਬਿਜ਼ਨਸ ਚੌਪਟ ਹੋ ਚੁੱਕਿਆ। ਪਸ਼ੂ ਸਾਡੇ ਅੱਜ ਭੁੱਖੇ ਮਰ ਰਹੇ। ਸਾਡਾ ਡੇਅਰੀ ਫਾਰਮ ਹੈ ਛੋਟਾ ਜਿਹਾ। ਹਸਪਤਾਲ 'ਚ ਜਦੋਂ ਤੁਸੀਂ ਭਰਤੀ ਹੋਏ ਕੋਈ ਕਿਸੇ ਤਰ੍ਹਾਂ ਦੀ ਦਿੱਕਤ ਆਈ ਹੈ? ਦਿੱਕਤ ਬਹੁਤ ਜ਼ਿਆਦਾ ਆਈ ਹੈ ਜੀ। ਸਾਨੂੰ ਡਾਕਟਰ ਇਹੀ ਕਹਿੰਦੇ ਰਹੇ ਆ ਕਿ ਤੁਹਾਡਾ ਮਰਨਾ ਤਾਂ ਕੁਛ ਹੈ ਨਹੀਂਗਾ, ਅਸੀਂ ਮਜਬੂਰ ਆ, ਅਸੀਂ ਭਰਤੀ ਨਹੀਂ ਕਰ ਸਕਦੇ। ਫਿਰ ਪਿੰਡ ਦੀ ਪੰਚਾਇਤ ਆਈ, ਉਹਨਾਂ ਨੇ ਇੱਕੋ ਹੀ ਕਿਹਾ ਸੀ ਮੀਡੀਆ ਸੱਦਦੇ ਆ। ਮੀਡੀਆ ਸੱਦ ਕੇ ਅਸੀਂ ਪਿੰਡ ਵਾਲੇ ਸਾਥੀਆਂ ਅਸੀਂ ਇਕੱਠ ਕਰਕੇ ਅਸੀਂ ਧਰਨਾ ਦੇਵਾਂਗੇ। ਇਸ ਪ੍ਰੈਸ਼ਰ ਨਾਲ ਪੰਚਾਇਤ ਨੇ ਉਹਨੂੰ ਦੋਦੇ ਰੈਫਰ ਕੀਤਾ ਜੀ, ਦਾਖਲ ਕੀਤਾ ਜੀ। ਮੁੜ ਕੇ ਇੱਥੇ ਆਏ ਸੀ, ਇੱਥੇ ਸਾਨੂੰ ਰੈਫਰ ਕਰਤਾ ਜੀ ਮੁਕਤਸਰ ਸਾਹਿਬ ਸਿਵਲ ਹਸਪਤਾਲ 'ਚ। ਜਿਹੜੀ ਦੂਜੀ ਧਿਰ ਆ ਜਿਹੜੀ ਤੁਸੀਂ ਕਹਿੰਦੇ ਹੋ ਜਿਨ੍ਹਾਂ ਨੇ ਇਹ ਕੁਝ ਕੀਤਾ ਹੈਗਾ, ਕਿਹਦੇ ਨਾਲ ਸੰਬੰਧਤ ਹੈ, ਕੀ ਹੈਗਾ ਉਹ? ਉਹ ਰਾਜੇ ਵੜਿੰਗ ਨਾਲ ਸੰਬੰਧਿਤ ਹੈ ਜੀ। ਸਾਨੂੰ ਇਹ ਕਹਿ ਰਹੇ ਕਿ ਤੁਸੀਂ ਅਕਾਲੀ ਦਲ ਦੇ ਨਾਲ ਖੜੇ ਹੋ। ਅਸੀਂ ਹਾਲਾਂਕਿ ਕਿਸੇ ਸਰਕਾਰ ਨਾਲ ਨਹੀਂ ਖੜਨਾ ਚਾਹੁੰਦੇ। ਅਸੀਂ ਆਜ਼ਾਦ ਹਾਂ, ਸਾਡੇ ਬਜ਼ੁਰਗਾਂ ਨੇ ਆਜ਼ਾਦੀਆਂ ਲੜੀਆਂ, ਅਸੀਂ ਹਰ ਇੱਕ ਸਰਕਾਰ ਨੂੰ ਸਨਮਾਨ ਦਿੰਦੇ ਹਾਂ। ਬਹੁਤ ਮਾੜੀ ਗੱਲ ਹੈ, ਕਿਉਂਕਿ ਮੈਂ ਤਾਂ ਸਮਝਦਾ ਆਮ ਇਨਸਾਨ ਨਾਲ ਵੀ ਜੋ ਇੱਕ ਕਰਤੂਤ ਕੀਤੀ ਗਈ ਬਹੁਤ ਮਾੜੀ ਹੁੰਦੀ ਹੈ। ਪਰ ਜਿਹੜੇ ਆਜ਼ਾਦੀ ਘੁਲਾਟੀਏ ਨੇ, ਸੁਤੰਤਰਤਾ ਸੰਗਰਾਮੀ ਨੇ, ਜਿਨ੍ਹਾਂ ਨੇ ਦੇਸ਼ ਵਾਸਤੇ ਕੌਮ ਵਾਸਤੇ ਕੁਰਬਾਨੀਆਂ ਕੀਤੀਆਂ ਨੇ, ਉਹਨਾਂ ਦੇ ਪਰਿਵਾਰਾਂ ਨਾਲ ਇਹ ਅੱਜ ਹਾਲ ਹੋ ਰਿਹਾ ਹੈ। ਇਹ ਸਿਰਫ ਤੇ ਸਿਰਫ ਬਦਲਾਖੋਰੀ ਔਰ ਜੋ ਧੱਕਾ ਹੋ ਰਿਹਾ ਹੈ, ਭਾਵੇਂ ਕੋਈ ਪੁਲਿਸ ਮੁਲਾਜ਼ਮ ਹੈ ਚਾਹੇ ਕੋਈ ਵੀ ਹੈ, ਉਹਦੇ ਖਿਲਾਫ ਬਹੁਤ ਵੱਡੀ ਪੱਧਰ 'ਤੇ ਕਾਰਵਾਈ ਹੋਣੀ ਚਾਹੀਦੀ ਹੈ। ਕਿਉਂਕਿ ਆਉਣ ਵਾਲੇ ਸਮੇਂ ਵਿੱਚ ਹੋਰ ਵੀ ਜੇ ਕੋਈ ਕਿਸੇ ਨੂੰ ਨਜਾਇਜ਼ ਕਰਦਾ ਹੈ ਤਾਂ ਉਹਨੂੰ ਨੱਥ ਪਾਈ ਜਾ ਸਕੇ। ਇਸ ਵਾਸਤੇ ਸ਼੍ਰੋਮਣੀ ਅਕਾਲੀ ਦਲ, ਜ਼ਿਲ੍ਹਾ ਪ੍ਰਸ਼ਾਸਨ, ਜਿਹੜਾ ਸਾਡੀ ਹੈਗੀ ਹੈ ਪਾਰਟੀ, ਔਰ ਸਾਰੇ ਹੀ ਇਸ ਗੱਲ 'ਤੇ ਬਹੁਤ ਵਿਰੋਧ ਵਿੱਚ ਨੇ। ਔਰ ਜੇਕਰ ਇਨਸਾਫ ਨਾ ਮਿਲਿਆ ਤਾਂ ਸੜਕਾਂ 'ਤੇ ਵੀ ਉਤਰਾਂਗੇ ਔਰ ਧਰਨੇ ਵੀ ਲੱਗਣਗੇ, ਔਰ ਹਰ ਕੁਰਬਾਨੀ ਦੇਣ ਨੂੰ ਸ਼੍ਰੋਮਣੀ ਅਕਾਲੀ ਦਲ ਤਿਆਰ ਕੀਤਾ। ਉਹਨੂੰ ਸਸਪੈਂਡ ਕੀਤਾ ਜਾਵੇ ਔਰ ਉਹਦੇ ਖਿਲਾਫ ਕਾਰਵਾਈ ਹੋਣੀ ਚਾਹੀਦੀ ਹੈ। ਔਰ ਜਿੰਨਾ ਧੱਕਾ ਹੋਇਆ ਹੈ, ਨਜਾਇਜ਼ ਹੋਈ ਹੈ, ਇਸ ਵਾਸਤੇ ਸ਼੍ਰੋਮਣੀ ਅਕਾਲੀ ਦਲ 4 ਤਰੀਕ ਨੂੰ ਹੀ ਉਹਦੇ ਨਾਲ ਹਰ ਤਰ੍ਹਾਂ ਹੀ ਸੁਤੰਤਰਤਾ ਸੰਗਰਾਮੀ ਜੋ ਇਹਨਾਂ ਦੇ ਸੀਨੀਅਰ ਆਏ ਨੇ ਉਹਨਾਂ ਦੇ ਨਾਲ ਖੜੇ ਆ, ਹਰ ਤਰ੍ਹਾਂ ਇਹਨਾਂ ਦੇ ਪਰਿਵਾਰ ਦੇ ਨਾਲ ਆ। ਸਾਰੇ ਹਲਕਾ ਇੰਚਾਰਜ ਰੋਜੀ ਜੀ ਬੇਟਾ ਆਏ ਨੇ, ਆਪਣੇ ਫਰੀਦਕੋਟ ਤੋਂ ਆਏ ਨੇ ਆਪਣੇ ਬੰਟੀ ਜੀ, ਔਰ ਹਲਕੇ ਤੋਂ ਹਲਕਾ ਇੰਚਾਰਜ ਦੇ ਬ੍ਰਦਰ ਨੇ। ਇਹ ਸਾਰੇ ਹੀ ਹਰ ਬੱਚਾ ਇਸ ਗੱਲ 'ਤੇ ਨਾਰਾਜ਼ ਹੈ ਕਿ ਅਸੀਂ ਵੱਧ ਤੋਂ ਵੱਧ ਇਸ ਬਾਰੇ ਸਾਰੀ ਸੰਗਤ ਹੀ ਲੈ ਕੇ ਸੜਕ 'ਤੇ ਬੈਠਾਂਗੇ ਜੇਕਰ ਇਨਸਾਫ ਨਾ ਮਿਲੇ।